ਜੁਗਤ ਭੈ ਭਰਮਾ, ਅਖਰ ਕਰਮ ਕਿਰਤ ਸੋਚ ਧਰਮਾ। ਦ੍ਰਿਸ਼ਟ ਮਾਨ ਅਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਦ੍ਰਿਸ਼ਟ ਮਾਨ ਅਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਜਬਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ। ਮਿਹਰਾਂ ਦੇ ਦਾਤੇ, ਬਖਸ਼ਿਸ਼ਾਂ ਦੇ ਭੰਡਾਰ, ਵਾਲੀਏ ਕੁਲ ਆਲਮ। ਰਾਜ਼ਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਹਾਜ਼ਰੀਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਵਡਭਾਗੇ ਹਾਂ। ਭਾਈ ਗੁਰਦੇਵ ਨੇ ਇਹ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ, ਬਹੁਤ ਹੀ ਰਸਪਿੰਨੀ ਆਵਾਜ਼ ਦੇ ਵਿੱਚ ਗੁਰੂ ਦਰਬਾਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਗੌੜੀ 52 ਅੱਖਰੀ ਦੇ ਸਿਰਲੇਖ ਥੱਲੇ 54 ਨੰਬਰ ਪੌੜੀ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਜੋ ਰੱਬੀ ਸੁਨੇਹਾ ਸੰਸਾਰ ਦੀ ਝੋਲੀ ਵਿੱਚ ਪਾਇਆ ਹੈ, ਇਹ ਬਹੁਤ ਅਗੰਮੀ ਬਖਸ਼ਿਸ਼ ਭਰਿਆ ਮੇਰੇ ਗੁਰੂ ਦਾ ਬੋਲ ਹੈ, ਬਚਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲੇ ਦਿਨ ਤੋਂ ਲੈ ਕੇ ਇਸ ਗੱਲ ਦੇ ਲਈ ਯਤਨਸ਼ੀਲ ਰਹੇ ਨੇ। ਅਪਰੋਕਸੀਮੇਟਲੀ 239 ਸਾਲ ਦੇ ਸਮੇਂ ਤੱਕ, 1469 ਤੋਂ ਲੈ ਕੇ 1708 ਤੱਕ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਦਰਸ਼ਨ ਕਰਦਿਆਂ ਹੋਇਆਂ ਇਹ ਗੱਲ ਸਿੱਖ ਦੀ ਸੁਰਤ ਦੇ ਵਿੱਚ ਘਰ ਘਰ ਜਾਂਦੀ ਹੈ ਕਿ ਭਾਈ ਜਿਸ ਮਨੁੱਖ ਦਾ ਸ਼ਬਦ ਦੇ ਨਾਲ, ਅੱਖਰ ਦੇ ਨਾਲ ਜਿੰਨਾ ਗੂੜਾ ਤਾਲੁਕਾਤ ਹੋਵੇਗਾ, ਜਿੰਨਾ ਗਹਿਰਾ ਸੰਬੰਧ ਬਣੇਗਾ, ਉਹ ਮਨੁੱਖ ਸੰਸਾਰਕ ਤੌਰ ਦੇ ਉੱਤੇ ਵੀ ਤੇ ਅਧਿਆਤਮਕ ਤੌਰ ਦੇ ਉੱਤੇ ਵੀ ਓਨਾ ਹੀ ਕਾਮਯਾਬ ਹੋਵੇਗਾ। ਮੈਂ ਅੱਜ ਦੀ ਬੇਨਤੀ ਦਾ ਆਗਾਜ਼ ਕਰਦਿਆਂ ਹੋਇਆਂ ਤੁਹਾਡੇ ਜਿਹਨ ਵਿੱਚ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ। ਜਿਸ ਵੇਲੇ ਅਰਦਾਸ ਦੀ ਸਮਾਪਤੀ ਤੋਂ ਬਾਅਦ ਸਿੱਖ ਇਹ ਬੋਲੇ, ਇਹ ਬਚਨ ਚੇਤੇ ਕਰਦਾ ਹੈ, ਆਗਿਆ ਭਈ ਅਕਾਲ ਕੀ। ਤੇ ਇਸ ਕਾਵਿ ਰਚਨਾ ਦੇ ਵਿੱਚ ਜਿਹੜਾ ਅਹਿਮ ਨੁਕਤਾ ਹੈ ਉਹ ਹੈ ਕਿ ਹੁਕਮ ਅਕਾਲ ਦਾ ਹੈ, ਪਰਮੇਸ਼ਰ ਦਾ ਹੈ, ਨਿਰੰਕਾਰ ਦਾ ਹੈ। ਤੇ ਉਸ ਅਕਾਲ ਦੇ ਹੁਕਮ ਵਿੱਚੋਂ ਪ੍ਰਗਟ ਕੀ ਹੋਇਆ ਹੈ, ਤੇ ਇਹ ਬਚਨ ਪਿਛਲੇ ਦਿਨਾਂ ਅੰਦਰ ਵੀ ਆਪਾਂ ਦੁਹਰਾਏ ਸਨ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਬਖਸ਼ਿਸ਼ ਬ੍ਰਹਿਮੰਡ ਦੇ ਉੱਤੇ, ਸੰਸਾਰ ਦੇ ਉੱਤੇ ਮਾਲਕ ਦੀ ਮੌਜ ਵਿੱਚ, ਮਾਲਕ ਦੀ ਰਜ਼ਾ ਦੇ ਵਿੱਚ ਹੋਈ ਹੈ, ਮਾਲਕ ਦੇ ਹੁਕਮ ਵਿੱਚ ਹੋਈ ਹੈ।
ਜਿੱਥੇ ਹਜ਼ੂਰ ਬਖਸ਼ਿਸ਼ ਕਰਦੇ ਆ, ਕਹਿਣ ਲੱਗੇ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ। ਸਾਡੇ ਵਿਸ਼ੇ ਨਾਲ ਸੰਬੰਧਿਤ ਅਗਲੀ ਪੰਕਤੀ ਹੈ, ਸਭ ਸਿੱਖਣ ਕੋ ਹੁਕਮ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਹਜ਼ੂਰ ਨੇ ਮਨੁੱਖ ਨੂੰ ਸਲਾਹ ਵੀ ਦਿੱਤੀ ਹੈ, ਤੇ ਉੱਥੇ ਥੋੜੀ ਫਲੈਕਸੀਬਿਲਿਟੀ ਹੈ, ਬੰਦੇ ਦੀ ਮਰਜ਼ੀ ਹੈ, ਆਪਾਂ ਰਾਏ ਦਿੰਨੇ ਆ ਉਹ ਮੰਨੇ ਜਾਂ ਨਾ ਮੰਨੇ। ਪਰ ਜਿੱਥੇ ਬਚਨ ਹੁਕਮ ਰੂਪ ਵਿੱਚ ਆਉਂਦੇ ਹੈ ਉੱਥੇ ਕੋਈ ਕੰਪਰੋਮਾਈਜ਼ ਨਹੀਂ ਹੈ, ਉੱਥੇ ਕੋਈ ਸਮਝੌਤਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ, ਸਭ ਸਿੱਖਣ ਕੋ ਹੁਕਮ ਹੈ। ਤੇ ਉਹ ਹੁਕਮ ਕੀ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਪਿਆਰੀ ਸਾਧ ਸੰਗਤ, ਇਹਦੇ ਚ ਕੋਈ ਸ਼ੱਕ ਨਹੀਂ ਕਿ ਸਿੱਖ ਸ਼ਬਦ ਗੁਰੂ ਦੀ, ਗੁਰੂ ਗ੍ਰੰਥ ਸਾਹਿਬ ਦੀ ਬਹੁਤ ਅਦਬ ਕਰਦਾ ਹੈ, ਬਹੁਤ ਸਤਿਕਾਰ ਕਰਦਾ ਹੈ, ਬਹੁਤ ਮਾਣ ਵੀ ਮਹਿਸੂਸ ਕਰਦਾ ਹੈ। ਪਰ ਜਿਹੜਾ ਸਾਡਾ ਬਾਹਰੀ ਵਰਤਾਰਾ ਹੈ ਉਹਦੇ ਨਾਲ ਨਾਲ ਉਹ ਚੰਗੀ ਗੱਲ ਹੈ, ਪਵਿੱਤਰ ਹੈ, ਪਰ ਉਹਦੇ ਨਾਲ ਨਾਲ ਜਿਵੇਂ ਆਪਾਂ ਸੰਸਾਰਕ ਤੌਰ ਦੇ ਉੱਤੇ ਵਿਚਰਦਿਆਂ ਹੋਇਆਂ ਸ਼ਬਦ ਤੋਂ ਅਗਵਾਈ ਲੈਂਦੇ ਹਾਂ। ਆਪਾਂ ਡਾਕਟਰ ਕੋਲ ਗਏ, ਉਹਨੇ ਸਾਨੂੰ ਦਵਾਈ ਲਿਖ ਕੇ ਦਿੱਤੀ, ਆਪਾਂ ਫਾਰਮੈਸੀ ਗਏ, CVS ਵਾਲੇ ਕੋਲ ਗਏ, ਫਿਜ਼ੀਕਲੀ ਹੁਣ ਡਾਕਟਰ ਸਾਡੇ ਨਾਲ ਨਹੀਂ ਹੈਗਾ। ਅਗਲੀ ਬੇਨਤੀ, ਅਸੀਂ ਘਰੋਂ ਚੱਲੇ ਹਾਂ, ਘਰ ਸਾਡਾ ਗੁਰਦੁਆਰਾ ਸਾਹਿਬ ਤੋਂ ਦੂਰ ਹੈ, ਰਾਹ ਦਾ ਸਾਨੂੰ ਪਤਾ ਨਹੀਂ, ਤੇ ਅੱਜ ਸਿਸਟਮ ਬੜਾ ਐਡਵਾਂਸ ਹੋ ਗਿਆ। ਆਪਾਂ ਨੈਵੀਗੇਸ਼ਨ ਦੀ ਵਰਤੋਂ ਕੀਤੀ, ਉਹਨੂੰ ਪ੍ਰੋਪਰ ਐਜ਼ ਇਟ ਇਜ਼ ਫਾਲੋ ਕੀਤਾ, ਆਪਾਂ ਟਿਕਾਣੇ ਉੱਤੇ ਪਹੁੰਚ ਗਏ। ਤੇ ਇਹ ਸਾਰੀਆਂ ਬਾਹਰਲੀਆਂ ਉਦਾਹਰਨਾਂ ਸਿਰਫ ਤੇ ਸਿਰਫ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਆਪਾਂ ਵਰਤਦੇ ਹਾਂ। ਸਮੇਤ ਮੇਰੇ ਜਿੰਨੇ ਆਪਾਂ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਬੈਠੇ ਹਾਂ ਜਾਂ ਘਰ ਬਹਿ ਕੇ ਜਿਹੜੇ ਗੁਰੂ ਚਰਨਾਂ ਨਾਲ, ਗੁਰ ਸ਼ਬਦ ਵਿਚਾਰ ਨਾਲ ਜੁੜੇ ਨੇ, ਆਪਾਂ ਸਾਰੇ ਹੀ ATM ਕਾਰਡ ਦੀ ਵਰਤੋਂ ਕਰਦੇ ਹਾਂ। ਹੁਣ ਉਸ ਸਾਰੇ ਵਰਤਾਰੇ ਦੇ ਵਿੱਚ ਕੋਈ ਬੈਂਕ ਵਾਲਾ ਬੰਦਾ ਸਾਡੇ ਨਾਲ ਨਹੀਂ ਹੈਗਾ, ਪਰ ਉਸ ਦੇ ਬਾਵਜੂਦ ਵੀ ਜਿਹੜਾ ਸਿਸਟਮ ਹੈ ਉਹ ਰਨ ਹੋ ਰਿਹਾ ਹੈ। ਤੇ ਉਹ ਰਨ ਕੌਣ ਕਰ ਰਹੇ ਨੇ? ਅੱਖਰ, ਸ਼ਬਦ। ਤੇ ਇਹ ਸਵਾਲ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਆਇਆ, ਗੁਰੂ ਪਿਆਰੀ ਸਾਧ ਸੰਗਤ, ਸਿੱਖ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਆਦਿ ਗੁਰੂ ਮੰਨਦਾ ਹੈ। ਤੇ ਜਦੋਂ ਵੀ ਆਪਾਂ ਗੁਰੂ ਸਾਹਿਬਾਨ ਦੀ ਉਸਤਤ ਕਰਦੇ ਹਾਂ ਤੇ ਇਹ ਬਚਨ ਸਾਡੀ ਸੁਰਤ ਵਿੱਚ ਆਉਂਦੇ ਨੇ। ਭਾਈ ਗੁਰਦਾਸ ਜੀ ਦੀ ਪੌੜੀ ਹੈ, ਜ਼ਰੂਰ ਕਿਰਪਾ ਕਰਿਆ ਜੇ ਜਿਨ੍ਹਾਂ ਨੂੰ ਚੇਤੇ ਹੈ, ਪਹਿਲਾਂ ਬਾਬੇ ਪਾਇਆ ਬਖਸ਼ਦਰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਪਰਮੇਸ਼ਰ ਦੀ ਬਖਸ਼ਿਸ਼ ਦੇ ਪਾਤਰ ਬਣ ਕੇ, ਤੇ ਉਹ ਬਖਸ਼ਿਸ਼ ਦਾ ਕਾਰਨ ਵੀ ਭਾਈ ਗੁਰਦਾਸ ਜੀ ਹੋਰਾਂ ਨੇ ਦੱਸਿਆ। ਜਦੋਂ ਆਪਣੀਆਂ ਪੰਜਾਬੀ ਵਾਰਾਂ ਵਿੱਚ ਭਾਈ ਗੁਰਦਾਸ ਜੀ ਇਹ ਜ਼ਿਕਰ ਕਰਦੇ ਨੇ ਨਾ, ਸੁਣੀ ਪੁਕਾਰ ਦਾਤਾਰ ਪ੍ਰਭ। ਪੁਕਾਰ ਕਰਨ ਵਾਲਾ ਕੌਣ ਹੈ? ਧਰਤੀ ਹੈ। ਤੇ ਮੈਨੂੰ ਦੱਸੋ, ਜਿਹੜੀ ਧਰਤੀ ਹੈ ਉਹ ਕਿਹੜੀ ਭਾਸ਼ਾ ਦੇ ਵਿੱਚ ਗੱਲ ਕਰ ਰਹੀ ਹੈ ਰੱਬ ਦੇ ਨਾਲ? ਉਹਦੇ ਅੱਖਰ ਕਿਹੜੇ ਨੇ? ਉਹਦੀ ਬੋਲੀ ਕਿਹੜੀ ਹੈ? ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਸਾਰ ਦੀਆਂ ਜਿੰਨੀਆਂ ਲੈਂਗੁਏਜ ਨੇ, ਜਿੰਨੀਆਂ ਭਾਸ਼ਾਵਾਂ ਨੇ, ਉਹਨਾਂ ਸਾਰਿਆਂ ਨੂੰ ਆਪਣੀ ਸੁਰਤ ਵਿੱਚ ਰੱਖਦਿਆਂ ਹੋਇਆਂ ਰੱਬ ਦੀ ਬੋਲੀ ਦਾ ਜ਼ਿਕਰ ਕਰਦੇ ਆ, ਪਰਮੇਸ਼ਰ ਦੀ ਭਾਖਿਆ ਦਾ ਰੈਫਰੈਂਸ ਦੇਨੇ ਆ, ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਸਿਰਫ ਇੱਕੋ ਗੱਲ ਆਖੀ ਹੈ, ਸਾਰਿਆਂ ਦੇ ਜਿਹਨ ਵਿੱਚ ਹੈ ਬਚਨ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹਦੀ ਬੋਲੀ ਬਹੁਤ ਮਿਠਾਸ ਵਾਲੀ ਹੈ, ਮਨ ਨੂੰ ਮੋਹ ਲੈਣ ਵਾਲੀ ਹੈ। ਬਾਬਾ ਫਰੀਦ ਜੀ ਨੂੰ ਇਹ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਕਿ ਉਹ ਸ਼ੱਕਰ ਗੰਜ ਨੇ। ਗੰਜ ਦਾ ਮਤਲਬ ਹੈਗਾ ਖਜ਼ਾਨਾ, ਭੰਡਾਰ। ਵੀ ਉਹ ਤੇ ਐਡੀ ਮਿੱਠੀ ਜ਼ਬਾਨ ਬੋਲਦੇ ਨੇ, ਐਡੀ ਮਿੱਠੀ ਭਾਸ਼ਾ ਬੋਲਦੇ ਨੇ। ਮੈਂ ਹੱਥ ਬੰਨ ਕੇ ਬੇਨਤੀ ਕਰਾਂ, ਮੈਨੂੰ ਪਤਾ ਹੈ ਇਹ ਚੈਲੰਜ ਬਹੁਤ ਵੱਡਾ ਹੈ, ਛੋਟਾ ਨਹੀਂ ਹੈਗਾ, ਪਰ ਫਿਰ ਵੀ ਸਾਧ ਸੰਗਤ, ਅੱਖਰ ਜਿਉਂਦਾ ਉਹ ਹੀ ਰਹੇਗਾ ਜਿਹੜਾ ਸਾਡੀ ਬੋਲੀ ਵਿੱਚ ਰਹੇਗਾ, ਸਾਡੀ ਭਾਸ਼ਾ ਵਿੱਚ ਰਹੇਗਾ।
ਤੁਹਾਡੀ ਪਕੜ ਕਿਸੇ ਭਾਸ਼ਾ ਦੇ ਉੱਤੇ ਕਦੋਂ ਹੈ, ਕਿਵੇਂ ਹੈ, ਕਿਹੜੇ ਰੂਪ ਵਿੱਚ ਹੈ, ਇਸ ਗੱਲ ਦੀ ਸਾਨੂੰ ਸਮਝ ਉਦੋਂ ਬਣਦੀ ਹੈ ਜਦੋਂ ਕੋਈ ਖਿਆਲ ਸਾਡੇ ਮਨ ਵਿੱਚ ਆਇਆ ਤੇ ਅਸੀਂ ਉਹਦੇ ਪ੍ਰਗਟਾਵੇ ਲਈ ਜਿਹੜੀ ਭਾਸ਼ਾ ਦੀ ਵਰਤੋਂ ਕਰਦੇ ਹਾਂ, ਸਮਝ ਲਿਆ ਜੇ ਸਾਡੀ ਪਕੜ ਉਸ ਭਾਸ਼ਾ ਦੇ ਉੱਤੇ ਹੈ। ਜੇ ਆਪਣੇ ਖਿਆਲਾਂ ਦਾ ਭਾਵ, ਮੇਰੇ ਖਿਆਲ ਵਿੱਚ ਆਪਾਂ ਜਿੰਨੇ ਗੁਰੂ ਚਰਨਾਂ 'ਚ ਜੁੜ ਬੈਠੇ ਆ, ਸਾਡੀ ਦੁਨੀਆ, ਸਾਡੇ ਲਫ਼ਜ਼, ਸਾਡਾ ਸੰਬੰਧ ਪੰਜਾਬੀ ਬੋਲੀ ਨਾਲ ਹੈ ਤੇ ਅਸੀਂ ਉਸੇ ਬੋਲੀ ਦੇ ਰਾਹੀਂ ਸੰਸਾਰ ਨੂੰ ਵੇਖਿਆ ਹੈ, ਦੁਨੀਆ ਨੂੰ ਸਮਝਿਆ ਹੈ। ਐਵੇਂ ਦੁਨੀਆ ਦੇ ਹਰ ਕਿੱਤੇ ਦੀ ਆਪਣੀ ਬੋਲੀ ਹੈ। ਕਈ ਲੋਕ ਜਿਹੜੀਆਂ ਦੂਜੀਆਂ ਭਾਸ਼ਾਵਾਂ ਬੋਲਦੇ ਨੇ ਉਹਦੇ ਰਾਹੀਂ ਆਪਣੇ ਸੰਸਾਰ ਨੂੰ ਵੇਖਦੇ ਨੇ, ਸਮਝਦੇ ਨੇ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਗੁਰੂ ਦੇ ਸੰਦਰਭ ਦੇ ਵਿੱਚ ਜਿਹੜੀ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਸਨਮੁਖ ਇਹ ਸਵਾਲ ਸਿੱਧ, ਨਾਥ, ਪੀਰ, ਜੋਗੀ ਰੱਖਦੇ ਨੇ। ਉਹ ਸਵਾਲ ਕੀ ਹੈ? ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ, ਪਹਿਲਾਂ ਇਹ ਦੱਸੋ ਤੁਹਾਡੇ ਧਰਮ ਦਾ ਬੇਸ ਕੀ ਹੈ, ਮੂਲ ਕੀ ਹੈ, ਆਧਾਰ ਕੀ ਹੈ? ਮੈਂ ਪਹਿਲਾ ਸਵਾਲ ਪੜ੍ਹ ਦੇਣਾ। ਹਜ਼ੂਰ ਨੇ ਬਚਨ ਕਿਰਪਾ ਕੀਤੇ, ਕਵਨ ਮੂਲ, ਮੂਲ ਦਾ ਮਤਲਬ ਬੇਸ, ਆਧਾਰ। ਕਵਨ ਮਤ ਵੇਲਾ, ਉਹ ਕਿਹੜਾ ਸਮਾਂ ਹੈ ਜਦੋਂ ਤੁਹਾਡਾ ਧਰਮ ਇਸ ਸੰਸਾਰ ਦੇ ਵਿੱਚ ਪ੍ਰਾਰੰਭ ਹੋਇਆ? ਅਗਲਾ ਸਵਾਲ ਕੀ ਹੈ? ਕਵਨ ਗੁਰੂ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਤੁਹਾਡਾ ਗੁਰੂ ਕੌਣ ਹੈ? ਤੇ ਜਿਹੜੀ ਮੈਂ ਬੇਨਤੀ ਭਾਈ ਗੁਰਦਾਸ ਜੀ ਦੀ ਵਾਰ ਦੇ ਰਾਹੀਂ ਕਰ ਰਿਹਾ ਸਾਂ, ਇਹ ਗੱਲ ਨੂੰ ਆਪਾਂ ਦਿਲ ਦੀਆਂ ਤਖਤੀਆਂ ਦੇ ਉੱਤੇ ਲਿਖ ਲਵੀਏ। ਜਦੋਂ ਹਜ਼ੂਰ ਨੇ ਕਿਹਾ ਬਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਤਿਆ, ਵੱਡੇ ਭਾਗ ਹਰਸਿਓ ਬਨ ਆਈ, ਬਾਬਾ ਬਹਿੰਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੈ ਧਿਆਨ ਧਾਰ। ਮਹਾਰਾਜ ਨੇ ਕੀ ਵੇਖਿਆ? ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਵਧੀਕੀ ਹੋ ਰਹੀ ਹੈ, ਕੋਈ ਧੱਕਾ ਹੋ ਰਿਹਾ ਹੈ, ਤੇ ਮੋਸਟ ਪ੍ਰੋਬੇਬਲੀ ਜਿਹੜਾ ਸਾਡਾ ਵਿਚਾਰ ਬਣਦਾ ਹੈ ਵੀ ਆਪਾਂ ਕਿਸੇ ਦੀ ਕਲਾ ਕਲੇਸ਼ 'ਚ ਕਿਉਂ ਪੈਣਾ, ਛੱਡੋ ਜੀ, ਤੇ ਆਪਾਂ ਉਸ ਥਾਂ ਤੋਂ ਕੰਨੀ ਕਤਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਬੇਨਤੀ ਕਰਾਂ ਆਪ ਜੀਆਂ ਦੇ ਚਰਨਾਂ ਵਿੱਚ, ਜੇ ਇਹ ਗੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਸੋਚ ਲੈਂਦੇ ਵੀ ਜੇ ਦੁਨੀਆ ਮੱਚਦੀ ਪਈ ਹੈ ਤੇ ਤਾਂ ਕੀ ਹੋ ਗਿਆ, ਪਰ ਜਿਹੜਾ ਧਰਮ ਦੇ ਰਾਹ ਦਾ ਪਾਂਧੀ ਹੈ ਉਹਦੇ ਕੋਲੋਂ ਨਹੀਂ ਚੱਲਿਆ ਜਾਂਦਾ, ਉਹਦੇ ਕੋਲੋਂ ਨਹੀਂ ਜਰਿਆ ਜਾਂਦਾ। ਤੇ ਜਿਹੜਾ ਦੇਵੀ ਖਜ਼ਾਨਾ ਮਾਲਕ ਦੇ ਨਿਰੰਕਾਰ ਦੇ ਕੋਲੋਂ ਲੈ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਸੰਸਾਰ ਦੇ ਵਿੱਚ ਆਏ ਤੇ ਉਸ ਖਜ਼ਾਨੇ ਨੂੰ ਵੰਡਣ ਵਾਸਤੇ ਘਰ ਤੋਂ ਟੁਰ ਪਏ। ਆਪਣਾ ਸੁੱਖ ਆਰਾਮ, ਜਿਹਨੂੰ ਭਾਈ ਗੁਰਦਾਸ ਜੀ ਹੋਰਾਂ ਨੇ ਲਿਖਿਆ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਨ ਆਈ, ਉਹ ਸਾਰੀਆਂ ਗੱਲਾਂ ਨੂੰ ਆਧਾਰ ਬਣਾ ਕੇ ਅੱਗੇ ਟੁਰਦੇ ਨੇ। ਇੱਕ ਹੋਰ ਜ਼ਰੂਰੀ ਬੇਨਤੀ, ਜਦੋਂ ਵੀ ਅਸੀਂ ਧਰਮ ਦੇ ਕਿਸੇ ਸਵਾਲ ਦਾ ਜ਼ਿਕਰ ਕਰਦੇ ਹਾਂ ਤੇ ਉਹਦੇ ਵਿੱਚ ਇਹ ਨੁਕਤਾ ਬੜਾ ਅਹਿਮ ਪਿਆ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਵਿੱਚ ਆਏ ਹੋਏ ਬੋਲ ਹਜ਼ੂਰ ਬਖਸ਼ਿਸ਼ ਕਰਦੇ ਨੇ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਉਹ ਬੋਲਦੇ ਨੇ ਰੱਬ ਦੇ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ ਸੱਚੀ ਸਿੱਖਿਆ ਨੂੰ ਸੁਣ ਕੇ, ਜੋ ਪੇਖੈ ਆਂਖੀ, ਜੋ ਅੱਖਾਂ ਦੇ ਨਾਲ ਵੇਖਿਆ ਏ, ਮਹਿਸੂਸ ਕੀਤਾ ਹੈ। ਤਵਾਰੀਖ ਦੇ ਜਿਹੜੇ ਪੰਨੇ ਨੇ ਉਹ ਸਾਨੂੰ ਸਮਝਾਉਣਗੇ ਕਿ ਫਲਾਂ ਦਿਨ, ਫਲਾਂ ਤਰੀਕ, ਫਲਾਂ ਥਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ, ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਇਹ ਗੱਲ ਬਿਲਕੁਲ ਸੱਚੀ ਹੈ। ਧੰਨਵਾਦ ਹੈ ਉਹਨਾਂ ਸੁਨਹਿਰੀ ਸੱਜਣਾ ਦਾ ਜਿਨ੍ਹਾਂ ਨੇ ਇਤਿਹਾਸ ਨੂੰ ਕਲਮਬੰਦ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਤੱਕ ਪਹੁੰਚਾਇਆ। ਪਰ ਬੜੀ ਜ਼ਰੂਰੀ ਬੇਨਤੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਵਿੱਚ ਇਹ ਬਚਨ ਆਉਂਦੇ ਨੇ, ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਅਫਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏ ਦਾ। ਬੇਨਤੀ ਕੀ ਹੈ
ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਉਸ ਵੇਲੇ ਨੂੰ ਵੀ, ਉਸ ਧਰਮ ਨੂੰ ਵੀ ਆਪਣੀ ਸੁਰਤ ਦੇ ਵਿੱਚ ਰੱਖ ਰਹੇ ਨੇ, ਜਦੋਂ ਨਾ ਕੋਈ ਦਿਨ ਸੀ, ਨਾ ਕੋਈ ਚੰਦਰਮਾ ਸੀ, ਨਾ ਕੋਈ ਰਾਤ ਸੀ, ਨਾ ਕੋਈ ਆਕਸੀਜਨ ਸੀ, ਤੇ ਇਸ ਨੂੰ ਰਿਲੀਜੀਅਸ ਸਕ੍ਰਿਪਚਰ ਦੇ ਵਿੱਚ, ਧਾਰਮਿਕ ਬੋਲੀ ਦੇ ਵਿੱਚ ਪਰਮੇਸ਼ਰ ਦੇ ਲਈ, ਮਾਲਕ ਦੇ ਲਈ ਅਫੁਰ ਅਵਸਥਾ ਲਫ਼ਜ਼ ਵਰਤਿਆ ਜਾਂਦਾ ਹੈ ਕਿ ਉਹ ਮਾਲਕ ਅਫੁਰ ਅਵਸਥਾ ਦੇ ਵਿੱਚ ਵਿਦਮਾਨ ਸੀ, ਸੁਭਾਏਮਾਨ ਸੀ, ਤੇ ਉਸੇ ਅਫੁਰ ਅਵਸਥਾ ਦੇ ਵਿੱਚੋਂ ਹੀ ਮਾਲਕ ਆਪਣੀ ਮੌਜ ਦੇ ਵਿੱਚ, ਆਸਾ ਦੀ ਵਾਰ ਦੇ ਬਚਨ ਨੇ, ਜਿਨ੍ਹਾਂ ਨੂੰ ਯਾਦ ਨੇ ਜ਼ਰੂਰ ਕਿਰਪਾ ਕਰਿਆ ਜੇ, ਆਪੀਨੈ ਆਪ ਸਾਜਿਓ, ਆਪਣੀ ਮੌਜ ਦੇ ਵਿੱਚ ਹੀ ਮਾਲਕ ਨੇ ਇਹ ਦੁਨੀਆ ਦੀ ਖੇਡ ਰਚਾਈ ਹੈ। ਤੇ ਅੱਜ ਵਿਗਿਆਨ ਜਿਸ ਰੂਪ ਦੇ ਵਿੱਚ ਅੱਗੇ ਵਧ ਰਹੀ ਹੈ, ਇਹ ਆਮ ਗੱਲ ਹੈ ਕਿ ਜਿਹੜੀ ਧਰਤੀ ਉੱਤੇ ਅਸੀਂ ਰਹਿ ਰਹੇ ਹਾਂ, ਇਹਦਾ ਮਤਲਬ ਕੀ ਹੈ, ਹੋਰ ਧਰਤੀਆਂ ਵੀ ਹੈਗੀਆਂ ਨੇ। ਤੇ ਜੇ ਵਕਤ ਨੇ ਕਰਵਟ ਬਦਲੀ ਤੇ ਸਾਇੰਸ ਦੀ ਸਮਝ ਦੇ ਵਿੱਚ ਇਹ ਗੱਲ ਆਈ, ਤੇ ਗੱਲ ਉਸ ਪਾਸੇ ਵੱਲ ਨੂੰ ਵੀ ਜ਼ਰੂਰ ਟੁਰੇਗੀ। ਪਰ ਜਿਸ ਵਰਤਾਰੇ ਦੇ ਵਿੱਚ ਆਪਾਂ ਵਿਚਰ ਰਹੇ ਹਾਂ, ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਕਵਨ ਮੂਲ ਕਵਨ ਮਤ ਵੇਲਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ, ਤੁਹਾਡੇ ਧਰਮ ਦਾ ਆਧਾਰ ਕੀ ਹੈ? ਉਹ ਸਮਾਂ ਕਿਹੜਾ ਸੀ ਜਦੋਂ ਤੁਹਾਡਾ ਧਰਮ ਸ਼ੁਰੂ ਹੋਇਆ? ਤੇ ਗੁਰੂ ਪਿਆਰੀ ਸਾਧ ਸੰਗਤ, ਸ੍ਰਿਸ਼ਟੀ ਰਚਨਾ ਨੂੰ ਲੈ ਕੇ, ਕ੍ਰੀਏਸ਼ਨ ਆਫ ਵਰਲਡ ਨੂੰ ਲੈ ਕੇ ਜਿਹੜੇ ਬੋਲ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੇ, ਉਹ ਬੜੇ ਕਮਾਲ ਦੇ ਨੇ। ਜਦੋਂ ਆਪਾਂ ਜਪਜੀ ਸਾਹਿਬ ਦੇ ਵਿੱਚ ਇਹ ਬਚਨ ਦੁਹਰਾਉਂਦੇ ਹਾਂ, ਥਿਤਵਾਰ ਨਾ ਜੋਗੀ ਜਾਣੈ ਰੁੱਤ ਮਾਂ ਨਾ ਕੋਈ। ਤੇ ਮਹਾਰਾਜ ਕੋਈ ਤਾਕਤ ਹੈ ਜਿਹੜੀ ਜਾਣਦੀ ਹੈ? ਹਜ਼ੂਰ ਕਹਿਣ ਲੱਗੇ ਕਿਉਂ ਨਹੀਂ? ਜਾਂ ਕਰਤਾ ਸਿਰ ਠੀਕ ਕੋ ਸਾਜੇ। ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਜਿਹੜਾ ਸਾਜਣ ਵਾਲਾ ਹੈ, ਆਪੇ ਜਾਣੈ ਸੋਈ। ਉਸੇ ਨੂੰ ਹੀ ਦਿਨ ਦਾ ਪਤਾ ਹੈ, ਉਸੇ ਨੂੰ। ਇਹ ਜਿਹੜੀ ਗੱਲ ਸਾਡੇ ਸਨਮੁਖ ਆਈ ਨਾ, ਦੁਆਪਰ ਯੁੱਗ, ਤ੍ਰੇਤਾ ਯੁੱਗ, ਕਲ ਯੁੱਗ, ਇਹਦੇ ਪ੍ਰਥਾਏ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਵੀ ਕੋਈ ਦੁਨੀਆ ਦਾ ਬੰਦਾ ਹੱਥ ਖੜਾ ਕਰਕੇ ਦੱਸੇਗਾ ਵੀ ਤ੍ਰੇਤੇ ਦੇ ਵਿੱਚ ਸੂਰਜ ਕਿਸੇ ਹੋਰ ਪਾਸਿਓਂ ਨਿਕਲਦਾ ਸੀ, ਚੰਦਰਮਾ ਕਿਸੇ ਹੋਰ ਪਾਸਿਓਂ ਨਿਕਲਦਾ ਸੀ, ਜਾਂ ਜਿਹੜਾ ਜਨਮ ਵਿਧੀ ਦਾ ਸਿਧਾਂਤ ਹੈ, ਮਾਤ ਪਿਤਾ ਬਿਨ ਬਾਲ ਨਾ ਹੋਈ, ਉਹ ਉਸੇ ਰੂਪ ਦੇ ਵਿੱਚ ਹੁੰਦਾ ਹੈ। ਮੇਰੇ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਸੋਈ ਚੰਦ ਚੜ੍ਹੈ ਸੇ ਤਾਰੇ। ਉਦੋਂ ਵੀ ਇਹੋ ਚੰਦਰਮਾ ਸੀ, ਇਹੋ ਹੀ ਤਾਰੇ ਸਨ। ਤੇ ਜੇ ਅਜੋਕੇ ਸਮੇਂ ਦੇ ਵਿੱਚ ਇਸ ਨੁਕਤੇ ਨੂੰ ਸਮਝਣਾ ਹੋਵੇ, ਤੇ ਦਾਨੇ ਸੱਜਣ ਕਹਿੰਦੇ ਨੇ, ਜਦੋਂ ਰੱਬ ਦੀ ਯਾਦ ਬੰਦੇ ਦੇ ਜੀਵਨ ਵਿੱਚ ਹੈ, ਉਦੋਂ ਉਹ ਆਨੰਦ ਦੇ ਵਿੱਚ ਹੈ, ਖੇੜੇ ਦੇ ਵਿੱਚ ਹੈ, ਉਦੋਂ ਉਹ ਸਤਯੁਗ ਦੇ ਵਿੱਚ ਹੈ। ਤੇ ਜਿਸ ਵੇਲੇ ਪਰਮੇਸ਼ਰ ਦੀ ਯਾਦ ਭੁੱਲਦੀ ਹੈ, ਵਿਕਾਰ ਇਹਦੇ ਮਨ ਨੂੰ ਕੰਟਰੋਲ ਕਰਦੇ ਨੇ, ਤੇ ਵਿਕਾਰਾਂ ਦੇ ਪ੍ਰਭਾਵ ਥੱਲੇ ਜ਼ਿੰਦਗੀ ਜਿਉਂਦਿਆਂ ਹੋਇਆਂ ਇਹ ਮਨੁੱਖ ਫੇਰ ਕਲਯੁਗ ਦੀ ਅਵਸਥਾ ਦੇ ਵਿੱਚ ਵਿਚਰਦਾ ਹੈ। ਮੈਂ ਇਸ ਪਾਸੇ ਨਾ ਜਾ ਕੇ ਜਿਹੜੀ ਬੇਨਤੀ ਕਰਨੀ ਚਾਹੁੰਦਾ, ਸਵਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਸਨਮੁਖ ਉਹਨਾਂ ਦਾਨਸ਼ਮੰਦ ਲੋਕਾਂ ਦਾ ਹੈ, ਜਿਹੜੇ ਬਹੁਤ ਗਹਿਨ ਅਧਿਐਨ ਦੇ ਵਿੱਚੋਂ ਸੱਚ ਨੂੰ ਸਮਝਣਾ ਚਾਹੁੰਦੇ ਨੇ, ਤੇ ਸਵਾਲ ਕਰਦੇ ਨੇ, ਕਵਨ ਮੂਲ ਕਵਨ ਮਤ ਵੇਲਾ। ਤੀਜਾ ਸਵਾਲ ਕੀ ਹੈ? ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ, ਤੁਹਾਡਾ ਗੁਰੂ ਕੌਣ ਹੈ? ਕਵਨ ਗੁਰੂ ਜਿਸ ਕਾ ਤੂੰ ਚੇਲਾ, ਜਿਹਦਾ ਤੂੰ ਚੇਲਾ ਹੈ। ਮੇਰੇ ਖਿਆਲ ਦੇ ਵਿੱਚ ਜਿੱਥੋਂ ਆਪਾਂ ਬੇਨਤੀ ਪ੍ਰਾਰੰਭ ਕੀਤੀ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਹੁਕਮ ਤੇ ਸਾਨੂੰ ਹੋ ਗਿਆ ਨਾ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਕੇਸ ਨੂੰ ਨਸਮਸਤਕ ਹੁੰਦੇ ਰਹੇ, ਕੇਸ ਤੋਂ ਜੀਵਨ ਦੀ ਸੇਧ ਲੈਂਦੇ ਰਹੇ, ਤੇ ਕਿਹੜੇ ਰੂਪ ਦੇ ਵਿੱਚ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵਿਸ਼ਾ ਬਹੁਤ ਲੰਮੇਰਾ ਤੇ ਡੂੰਘਾ ਹੈ। ਬਾਣੀ ਕਦੋਂ, ਬਾਣੀ ਕਿਵੇਂ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਈ? ਮੈਂ ਇਸ਼ਾਰੇ ਮਾਤਰ ਬੇਨਤੀ ਕਰਨ ਲੱਗਾ, ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਪਰਮੇਸ਼ਰ ਨੂੰ ਕਣ ਕਣ ਦੇ ਵਿੱਚ ਮਹਿਸੂਸ ਕਰਦੇ ਨੇ, ਮਾਲਕ ਦੇ ਗੀਤ ਗਾਉਂਦੇ ਨੇ, ਮਰਦਾਨੇ ਨੂੰ ਕਹਿੰਦੇ ਨੇ, ਰਬਾਬ ਛੇੜ ਕਾਈ ਸਿਫਤ ਕਰੀਏ ਖੁਦਾਏ ਦੇ ਦੀਦਾਰ ਦੀ।
ਜਦੋਂ ਧਰਮ ਦੇ ਵਿੱਚ ਕਿਸੇ ਵਧੀਕੀ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਮਹਿਸੂਸ ਕਰਦੇ ਨੇ ਤੇ ਉਸ ਵੇਲੇ ਧੁਰ ਕੀ ਬਾਣੀ ਦੇ ਰਾਹੀਂ ਸੰਸਾਰ ਨੂੰ ਅਕਾਲ ਦੇ ਨਾਲ ਜੋੜਦੇ ਨੇ। ਅਗਲੀ ਬੇਨਤੀ, ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਧਰਮ ਦੇ ਥੱਲੇ ਕੀਤੇ ਜਾਣ ਵਾਲੇ ਕਰਮ ਕਾਂਡਾਂ ਨੂੰ ਆਪਣੀ ਸੁਰਤ ਵਿੱਚ ਲੈ ਕੇ ਆਉਂਦੇ ਨੇ, ਫੇਰ ਵੀ ਪਰਮੇਸ਼ਰ ਦੀ ਸਿਫਤੋ ਸਲਾਹ ਕਰਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੋ ਧਰਮਾਂ ਦੇ ਲੋਕਾਂ ਨੂੰ ਇੱਕੋ ਥਾਂ ਦੇ ਉੱਤੇ ਰਾਜਨੀਤਿਕ ਮੁਫਾਦ ਵਾਸਤੇ ਰਲ ਕੇ ਬੈਠਿਆਂ ਵੇਖਦੇ ਨੇ ਤੇ ਫੇਰ ਵੀ ਇਹ ਗੱਲ ਕਹਿੰਦੇ ਨੇ, ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈਂ ਜਪ ਮਾਲੀ ਧਾਨ ਮਲੇਛਾਂ ਖਾਈ, ਅੰਤਰ ਪੂਜਾ ਪੜ੍ਹੈ ਕਤੇਬਾਂ ਸੰਜਮ ਤੁਰਕਾਂ ਭਾਈ, ਛੋਡੀਲੇ ਪਾਖੰਡਾ ਨਾਮ ਲੈ ਜਾਹੇ ਤਰਨ ਦਾ। ਜਦੋਂ ਕਿਸੇ ਰਾਜੇ ਵੱਲੋਂ ਹੁਕਮਰਾਨ ਵੱਲੋਂ ਵਧੀਕੀ ਹੁੰਦੀ ਵੇਖਦੇ ਨੇ ਤੇ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਉਹਨੂੰ ਕਹਿੰਦੇ ਨੇ, ਇਹ ਨਾ ਤੈਨੂੰ ਸ਼ੋਭਾ ਨਹੀਂ ਦਿੰਦਾ, ਕਿੰਨਾ ਚੰਗਾ ਹੋਵੇ ਤੂੰ ਬਾਬਰ ਦੀ ਥਾਂ ਦੇ ਉੱਤੇ ਜਾਬਰ ਰੱਖ ਲਵੇਂ। ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦਿਆਂ ਹੁਣ ਬਹਿਣ ਨਾ ਮਿਲਣ ਹਦੂਰ। ਮੁਕਤਸਰ ਬੇਨਤੀ ਕੀ ਹੈ? ਮੈਂ ਪਹਿਲਾਂ ਇਹ ਗੱਲ ਕਹੀ ਹੈ ਕਿ ਇਸ਼ਾਰੇ ਮਾਤਰ ਬੇਨਤੀ ਹੈ। ਇਹ ਕਨਸੈਪਟ ਬਹੁਤ ਵੱਖਰਾ ਤੇ ਕਮਾਲ ਦਾ ਕਿ ਕਦੋਂ ਕਿਹੜੇ ਰੂਪ ਦੇ ਵਿੱਚ ਗੁਰਬਾਣੀ ਇਸ ਸੰਸਾਰ ਦੇ ਵਿੱਚ ਮੇਰੇ ਗੁਰੂਆਂ ਦੇ ਰਾਹੀਂ ਪ੍ਰਗਟ ਹੋਈ ਤੇ ਗੁਰੂ ਪਿਆਰੀ ਸਾਧ ਸੰਗਤ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਇਸ ਅਹਿਮ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਜਿਹੜੇ ਬਚਨ ਕਿਰਪਾ ਕਰਦੇ ਨੇ ਸਾਡੇ ਅੱਜ ਦੇ ਵਿਸ਼ੇ ਨਾਲ, ਉਹਨਾਂ ਦਾ ਗਹਿਰਾ ਤਾਲੁਕਾਤ ਹੈ। ਹਜ਼ੂਰ ਤਰੁੱਠ ਕੇ ਕਿਰਪਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਪਾਵਨ ਆਰੰਭ ਸਤਿਗੁਰ ਮਤ ਵੇਲਾ। ਸਾਧ ਸੰਗਤ ਨਾਰਾਜ਼ ਨਾ ਹੋਇਆ ਜੇ, ਇਹ ਸਾਰੇ ਦਾ ਸਾਰਾ ਸੰਕਲਪ ਸਾਇੰਸ ਦਾ ਹੈ ਤੇ ਮੈਂ ਉਹਦੇ ਵੱਲੋਂ ਬੜੀ ਕੋਸ਼ਿਸ਼ ਕਰ ਰਿਹਾ ਕਿ ਸੌਖੇ ਤੋਂ ਸੌਖੇ ਲਫ਼ਜ਼ਾਂ ਦੇ ਵਿੱਚ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ। ਭਾਵ ਕੀ ਹੈ? ਹਜ਼ੂਰ ਕਹਿਣ ਲੱਗੇ, ਜਦੋਂ ਹਵਾ ਦੁਨੀਆ ਦੇ ਵਿੱਚ ਬਣੀ, ਜਦੋਂ ਗੈਸ ਬਣੀ ਤੇ ਜਦੋਂ ਆਪਾਂ ਕ੍ਰਿਸਚੈਨਿਟੀ ਬਾਈਬਲ ਨੂੰ ਪੜ੍ਹਦੇ ਆਂ, ਸਮਝਦੇ ਆਂ, ਵਿਚਾਰਦੇ ਆਂ ਤੇ ਬਾਈਬਲ ਇਹ ਗੱਲ ਨੂੰ ਐਕਸੈਪਟ ਕਰਦੀ ਹੈ ਜਿਹਨੂੰ ਸੰਸਾਰ ਦੇ ਵਿੱਚ ਨਾਮ ਬਿਗ ਬੈਂਗ ਦਾ ਦਿੱਤਾ ਗਿਆ। ਬਾਈਬਲ ਦੇ ਦੋ ਟੈਸਟਾਮੈਂਟ ਨੇ, ਇੱਕ ਨਿਊ ਹੈ, ਇੱਕ ਓਲਡ ਹੈ। ਓਲਡ ਟੈਸਟਾਮੈਂਟ ਦੀ ਪਹਿਲੀ ਲਾਈਨ ਹੀ ਇਹ ਹੈ, the world is created by word, WORD, ਕਿ ਦੁਨੀਆ ਦੀ ਜਿਹੜੀ ਉਤਪੱਤੀ ਹੈ, ਕ੍ਰੀਏਸ਼ਨ ਹੈ, ਉਹ ਸ਼ਬਦ ਤੋਂ ਹੋਈ ਹੈ। ਜਦੋਂ ਇਸਲਾਮ ਜਗਤ ਨੂੰ ਆਪਾਂ ਵਾਚਦੇ ਹਾਂ ਤੇ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ, ਅੱਲਾਹ ਤਾਲਾ ਨੇ ਕੱਕੇ ਨੂੰ ਔਂਕੜ ਤੇ ਨੰਨਾ ਕੁਨ ਲਫ਼ਜ਼ ਉਚਾਰਨ ਕੀਤਾ, ਸ੍ਰਿਸ਼ਟੀ ਵਜੂਦ ਵਿੱਚ ਆ ਗਈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਮੇਰੇ ਹਜ਼ੂਰ ਕਹਿਣ ਲੱਗੇ, ਉਤਪਤ ਪਰਲੋ, ਉਤਪਤ ਕ੍ਰੀਏਸ਼ਨ, ਪਰਲੋ ਡਿਸਟਰੋਏ। ਕਿਵੇਂ? ਸ਼ਬਦ ਦੇ ਹੋਵੇ, ਸਾਰੇ ਦਾ ਸਾਰੀ ਖੇਡ ਹੀ ਸ਼ਬਦਾਂ ਦੇ ਉੱਤੇ ਟਿਕੀ ਹੋਈ ਹੈ। ਸਿਰਫ 1 ਮਿੰਟ ਵਾਸਤੇ ਆਪਣੇ ਅੰਤਰ ਆਤਮੇ ਧਿਆਨ ਮਾਰ ਕੇ ਵੇਖਿਆ ਜੇ, ਜਦੋਂ ਕਾਗਜ਼ ਨਹੀਂ ਸਨ, ਲੋਕ ਪੱਥਰਾਂ ਦੇ ਉੱਤੇ ਅੱਖਰ ਲਿਖਦੇ। ਏ ਕਿਵੇਂ ਬਣੀ, ਬੀ ਕਿਵੇਂ ਬਣਿਆ, ਊੜੇ ਦਾ ਰੂਪ ਇਹ 3 ਤੋਂ ਬਾਅਦ ਇਸ ਰੂਪ ਵਿੱਚ ਕਿਉਂ ਏ, ਉਹ ਲਿਖਿਆ ਊ ਹੈ, ਉਹਦੇ ਨਾਲ ਅੜਾੜਾ ਕਿਉਂ ਬੋਲਿਆ ਜਾਂਦਾ ਹੈ। ਤੇ ਸਾਡੇ ਪ੍ਰਿੰਸੀਪਲ ਸਾਹਿਬ ਸਨ ਤੇ ਉਹ ਦੱਸਦੇ ਆ, ਕਹਿਣ ਲੱਗੇ, ਊ ਤੋਂ ਲੈ ਕੇ ਜਿਹੜੀ 35 ਅੱਖਰੀ ਹੈ, ਉਹਦਾ ਅਖੀਰਲਾ ਅੱਖਰ ਅੜਾੜਾ ਹੈ। ਪਹਿਲੇ ਤੋਂ ਅਖੀਰਲੇ ਅੱਖਰ ਨੂੰ ਰਲਾ ਕੇ ਜਿਹੜਾ ਪਹਿਲਾ ਸ਼ਬਦ ਹੈ ਉਹਨੂੰ ਉਚਾਰਨ ਕੀਤਾ ਜਾਂਦਾ ਹੈ ਊੜਾ। ਫਿਰ ਉਹੀ ਅੜਾੜਾ ਹੈ ਜਿਹੜਾ ਐੜੇ ਦੇ ਨਾਲ ਵੀ ਅਸੀਂ ਵਰਤਦੇ ਹਾਂ, ਉਹੀ ਅੜਾੜਾ ਹੈ ਜਿਹੜਾ ਈੜੀ ਦੇ ਨਾਲ ਵੀ ਆਪਾਂ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ। ਗੁਰੂ ਪਿਆਰੀ ਸਾਧ ਸੰਗਤ, ਮੈਨੂੰ ਕਿੰਨੇ ਸਾਲ ਹੋ ਗਏ ਨੇ ਵਿਦੇਸ਼ਾਂ ਵਿੱਚ ਵਿਚਰਦਿਆਂ, ਜਿਨ੍ਹਾਂ ਦੀ ਬੋਲੀ ਦੇ 26 ਅੱਖਰ ਨੇ, ਉਹਨਾਂ ਦੇ ਕੋਲੋਂ ਪੰਜਾਬੀ ਦਾ ਅੜਾੜਾ ਬੁਲਵਾ ਕੇ ਵਿਖਾਇਆ ਜੀ। ਤੇ ਸਾਡੇ ਬੱਚੇ ਕਿੱਡੀ ਗਜਬ ਦੀ ਇੰਗਲਿਸ਼ ਵੀ ਬੋਲ ਲੈਂਦੇ ਨੇ, ਪੰਜਾਬੀ ਵੀ ਬੋਲ। ਕਾਰਨ ਗਲੇ ਦੇ ਵਿੱਚ
ਜਿੰਨੀ ਜ਼ੁਬਾਨ ਨੂੰ ਫਲੈਕਸੀਬਿਲਿਟੀ ਚਾਹੀਦੀ ਹੈ, ਉਹ ਜਦੋਂ ਅਸੀਂ 35 ਅੱਖਰੀ ਉਚਾਰਨ ਕਰਨੇ ਆ ਤੇ ਤਾਲੂ ਦੀ ਵਰਤੋਂ ਵੀ ਹੁੰਦੀ ਏ, ਹਵਾ ਵੀ ਮੂੰਹ ਦੇ ਵਿੱਚੋਂ ਨਿਕਲਦੀ ਹੈ, ਤੇ ਉਹ ਸਾਰੇ ਵਰਤਾਰੇ ਦਾ ਨਤੀਜਾ ਕੀ ਹੈ? ਤੇ ਮੇਰੇ ਖਿਆਲ ਵਿੱਚ ਦੁਨੀਆ 'ਚ ਕੇਵਲ 2 ਹੀ ਭਾਸ਼ਾਵਾਂ ਨੇ ਜਿਨ੍ਹਾਂ ਦੇ ਕੋਲ ਨੰਗਾ ਤੇ ਡਾੜਾ ਅੱਖਰ ਹੈ। ਤੇ ਮੇਰੇ ਧੰਨ ਸਤਿਗੁਰੂ ਸ਼੍ਰੀ ਪੰਜਾਬੀ ਦੀ ਜਿੰਨੀ ਸ਼ੋਭਾ ਕਰ ਲਓ, ਜਿੰਨੀ ਵਡਿਆਈ ਕਰ ਲਓ, ਉਹ ਘੱਟ ਹੈ। ਪੰਜਾਬੀ ਦੇ 35 ਅੱਖਰ ਮੇਰੇ ਖਿਆਲ ਦੇ ਵਿੱਚ ਜੇ ਨਿੱਠ ਕੇ ਇੱਕ ਹਫ਼ਤਾ ਰੋਜ਼ ਇੱਕ ਲਾਈਨ ਦੇ ਉੱਤੇ ਲਾ ਕੇ 7 ਦਿਨਾਂ ਦੇ ਵਿੱਚ ਇਸ ਭਾਸ਼ਾ ਨੂੰ ਸਿੱਖਿਆ ਤੇ ਸਮਝਿਆ ਜਾ ਸਕਦਾ। ਤੇ ਇੱਕ ਗੱਲ ਹੋਰ ਚੇਤੇ ਰੱਖਿਆ ਜੀ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਨੇਕਾਂ ਭਾਸ਼ਾਵਾਂ ਦੇ ਦਰਸ਼ਨ ਕਰਦੇ ਹਾਂ, ਮੈਂ ਫਾਰਸੀ ਦਾ ਇੱਕ ਸ਼ਬਦ ਬੋਲਣ ਲੱਗਾ, ਤਿਲੰਗ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਯਕ ਅਰਜ਼ ਗੁਪਤਮ ਪੇਸ਼ ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਦਿਗਾਰ। ਇਹ ਗੱਲ ਵੱਖਰੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਅੰਗਰੇਜ਼ੀ ਸਿਖਾਉਣ ਦੇ ਇੰਸਟੀਚਿਊਟ ਜ਼ਿਆਦਾ ਨੇ, ਤੇ ਜਿਹੜੀ ਸਾਡੀ ਮਾਂ ਬੋਲੀ ਹੈ ਉਹਦੇ ਸੰਦਰਭ ਦੇ ਵਿੱਚ ਜਿਹੜੇ ਵਿਚਾਰ ਨੇ ਉਹ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ। ਫਿਰ ਮੈਂ ਬੇਨਤੀ ਕਰਾਂ, ਗੁਰੂ ਪਿਆਰੀ ਸਾਧ ਸੰਗਤ, ਕੋਈ ਅਰਜ਼ ਨਹੀਂ ਹੈਗਾ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵੇਲੇ ਇਹ ਫਰਮਾਨ ਜਾਰੀ ਹੋਇਆ ਕਿ ਭਾਈ ਜਿਹੜੇ ਨਗਰ ਤੋਂ ਬਹੁਤ ਜਲਦੀ ਸਾਨੂੰ ਇਹ ਕਾਇਦੇ ਦੇ ਵਿੱਚੋਂ ਪੜ੍ਹ ਕੇ ਲੋਕ ਚਿੱਠੀ ਲਿਖਣਗੇ, ਉਹ ਚਿੱਠੀ ਮਿਲਦਿਆਂ ਨਾਲ ਹੀ ਚਿੱਠੀ ਲਿਖਣ ਵਾਲੇ ਨੂੰ ਸਨਮਾਨਿਤ ਕੀਤਾ ਜਾਏਗਾ। ਤੇ ਦੁਨੀਆ ਭਰ ਦੇ ਵਿੱਚ ਇਸ ਟ੍ਰੈਂਡ ਨੂੰ ਬੜਾ ਜ਼ਿਆਦਾ ਮੰਨਿਆ ਗਿਆ ਕਿ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਜੋ ਸਟੈਪ, ਜੋ ਕਦਮ ਪੁੱਟਿਆ, ਉਹ ਆਪਣੇ ਆਪ ਦੇ ਵਿੱਚ ਕਮਾਲ ਦਾ ਹੈ। ਮੈਂ ਫੇਰ ਵਾਪਸ ਆ ਜਾਵਾਂ, ਗੁਰੂ ਪਿਆਰੀ ਸਾਧ ਸੰਗਤ, ਹਜ਼ੂਰ ਕਿਰਪਾ ਕਰਦਿਆਂ ਕਹਿਣ ਲੱਗੇ, ਪਾਵਨ ਆਰੰਭ ਸਤਿਗੁਰ ਮਤ ਵੇਲਾ। ਸਾਡਾ ਸਵਾਲ ਕੀ ਸੀਗਾ ਕਿ ਗੁਰੂ ਨਾਨਕ ਸਾਹਿਬ ਦਾ ਮੁਰਸ਼ਦ ਕੌਣ ਹੈ, ਗੁਰੂ ਕੌਣ ਹੈ? ਤੇ ਮੇਰੇ ਹਜ਼ੂਰ ਕਹਿਣ ਲੱਗੇ, ਭਾਈ ਜਿਹੜੀ ਅਸੀਂ ਸੇਧ ਲੈਨੇ ਆ ਨਾ, ਅਸੀਂ ਸੇਧ ਕੇਵਲ ਤੇ ਕੇਵਲ ਗੁਰਬਾਣੀ ਤੋਂ ਲੈਨੇ ਆ, ਸ਼ਬਦ ਤੋਂ ਲੈਨੇ ਆ। ਮੈਂ ਫੇਰ ਬੇਨਤੀ ਨੂੰ ਦੁਹਰਾ ਦੇਵਾਂ, ਇਸ ਗੱਲ ਵਿੱਚ ਕਿਸੇ ਨੂੰ ਸ਼ੱਕ ਨਹੀਂ ਹੈਗਾ। ਸਾਡੇ ਬੱਚੇ ਸਕੂਲ ਵਿੱਚ ਜਾਂਦੇ ਨੇ, ਜਮਾਤ ਵਿੱਚ ਪੜ੍ਹਦੇ ਨੇ, ਜਿਹੜੇ ਬੱਚੇ ਦਾ ਜਿੰਨਾ ਜ਼ਿਆਦਾ ਸ਼ਬਦ ਨਾਲ ਗਹਿਰਾ ਸੰਬੰਧ ਜੁੜਿਆ, ਉਹ ਸੰਸਾਰਕ ਤੌਰ ਦੇ ਉੱਤੇ ਕਾਮਯਾਬ ਹੋਇਆ। ਉਹ ਡਾਕਟਰ ਬਣਿਆ, ਉਹ ਇੰਜੀਨੀਅਰ ਬਣਿਆ, ਉਹ IT ਵਾਲਾ ਬਣਿਆ। ਕਾਰਨ ਕਿਉਂਕਿ ਸ਼ਬਦ ਨੂੰ ਉਹਨਾਂ ਨੇ ਸਮਝਿਆ, ਪੜ੍ਹਿਆ, ਜਾਂਚਿਆ। ਇਹ ਤੇ ਸੰਸਾਰਕ ਗੱਲ ਹੈ, ਪਰ ਅਧਿਆਤਮਕ ਤੌਰ ਦੇ ਉੱਤੇ ਵੀ ਜਿਸ ਸੱਜਣ ਦਾ ਗੁਰਬਾਣੀ ਨਾਲ, ਸ਼ਬਦ ਨਾਲ ਜਿਵੇਂ ਦਾ ਸੰਬੰਧ ਬਣੇਗਾ, ਮੈਨੂੰ ਮਾਫ ਕਰਿਆ ਜੇ, ਜਿੱਡੀਆਂ ਵੱਡੀਆਂ ਤਰਾਸਦੀਆਂ ਦੇ ਵਿੱਚੋਂ ਸਾਡੀ ਕੌਮ ਲੰਘੀ ਹੈ ਨਾ, ਮੈਨੂੰ ਲੱਗਦਾ ਸੀ ਹਰ ਸਿੱਖ ਨੂੰ ਸ਼ਾਇਰ ਹੋਣਾ ਚਾਹੀਦਾ ਹੈ, ਹਰ ਸਿੱਖ ਨੂੰ ਕਵਿਤਾ ਆਉਣੀ ਚਾਹੀਦੀ ਹੈ। ਤੁਹਾਨੂੰ ਕੋਈ ਸ਼ੱਕ ਹੈਗਾ ਪੰਜਾਬੀ ਦੇ ਉੱਤੇ? ਅੱਜ ਇੱਕ ਪੰਜਾਬ ਦੇ ਪਿੰਡ ਵਿੱਚ ਰਹਿਣ ਵਾਲਾ ਬੱਚਾ ਕੋਈ ਗੱਲ ਆਪਣੀ ਮੂਲ ਪੰਜਾਬੀ ਭਾਸ਼ਾ ਦੇ ਵਿੱਚ ਬੋਲਦਾ ਤੇ ਸਾਰੀ ਦੁਨੀਆ ਉਹਦੇ ਨਾਲ ਗਾਉਂਦੀ ਹੈ। ਉਹ ਬੱਚੇ ਦੇ ਉੱਤੇ ਕਿਰਪਾ ਕਿਹਦੀ ਹੈ? ਗੁਰੂ ਗ੍ਰੰਥ ਸਾਹਿਬ ਦੀ, ਗੁਰਬਾਣੀ ਦੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਖ ਪੁੱਛਦੇ ਨੇ, ਸੱਚੇ ਪਾਤਸ਼ਾਹ, ਤੁਹਾਡਾ ਜੀਵਨ ਦੇ ਵਿੱਚ ਸਭ ਤੋਂ ਵੱਧ ਪਿਆਰ ਕਿਹਦੇ ਨਾਲ ਹੈ? ਤੁਸੀਂ ਹੈਰਾਨ ਰਹਿ ਜਾਣਾ ਸੁਣ ਕੇ। ਸੱਚੇ ਪਾਤਸ਼ਾਹ, ਤੁਹਾਡਾ ਪਿਆਰ ਪਰਿਵਾਰ ਨਾਲ ਹੈ, ਸਾਕ ਸੰਬੰਧੀਆਂ ਨਾਲ ਹੈ, ਰਿਸ਼ਤੇਦਾਰਾਂ ਨਾਲ ਹੈ, ਮਾਇਆ ਨਾਲ ਹੈ। ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਬਿਲਕੁਲ ਨਹੀਂ। ਤੇ ਤੁਹਾਨੂੰ ਸਭ ਤੋਂ ਵੱਧ ਪਿਆਰਾ ਕੌਣ ਹੈ? ਮੇਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਸੱਚ ਪੁੱਛੋ, ਜੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਕੁਝ ਪਿਆਰਾ ਹੈ ਤੇ ਉਹ ਮੇਰੇ ਗੁਰੂ ਦੀ ਬਾਣੀ ਹੈ, ਉਹ ਮੇਰੇ ਗੁਰੂ ਦੇ ਬੋਲ ਨੇ। ਆਖੋ ਪਿਆਰ ਨਾਲ ਸਤਨਾਮ। ਗੁਰੂ ਅਰਜਨ ਸਾਹਿਬ ਦੇ ਬਚਨ ਨੇ, ਹਮਾਰੀ ਪਿਆਰੀ
ਅਗਲਾ ਸਵਾਲ ਬਿਲਕੁਲ ਨਾਲ ਹੀ ਖਲੋਤਾ ਹੋਇਆ ਹੈ। ਸੱਚੇ ਪਾਤਸ਼ਾਹ, ਕਾਰਨ ਕੀ ਹੈ? ਤੁਹਾਨੂੰ ਗੁਰੂ ਦੇ ਬੋਲ ਇੰਨੇ ਚੰਗੇ ਕਿਉਂ ਲੱਗਦੇ ਨੇ? ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਬੋਲਾਂ ਵਿੱਚੋਂ ਮੈਨੂੰ ਆਤਮਿਕ ਜੀਵਨ ਦੀ ਖੁਰਾਕ ਮਿਲਦੀ ਹੈ। ਕਿਸੇ ਨੂੰ ਸੰਸਾਰ ਭਰ ਦੇ ਵਿੱਚ ਸ਼ੱਕ ਹੈਗਾ ਜਦੋਂ ਆਪਾਂ ਜ਼ੁਬਾਨ ਤੋਂ ਇਹ ਗੱਲ ਕਹਿੰਦੇ ਆ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੋਂ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਸਤ ਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ। ਮਹਾਰਾਜ ਕਿਉਂ ਸਤ ਕਰਕੇ ਜਾਣੀਏ? ਹਜ਼ੂਰ ਕਹਿਣ ਲੱਗੇ, ਹਰ ਕਰਤਾ ਆਪ ਮੋਹੋਂ ਕਢਾਏ। ਜਿਹੜਾ ਮੈਂ ਸ਼ਬਦ ਆਪ ਜੀ ਦੇ ਸਨਮੁਖ ਰੱਖ ਰਿਹਾ ਸਾਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਗੁਰਬਾਣੀ ਨਾਲ, ਗੁਰੂ ਗ੍ਰੰਥ ਨਾਲ ਕਿਵੇਂ ਦਾ ਸੰਬੰਧ ਹੈ ਤੇ ਅੱਜ ਸਿੱਖ ਦੀ ਸਾਂਝ ਗੁਰਬਾਣੀ ਨਾਲ ਕਿਹੋ ਜੀ ਹੈ, ਬਸ ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ। ਜੇ ਇਹ ਫਰਕ ਸਾਡੀ ਪਕੜ ਦੇ ਵਿੱਚ ਆ ਗਿਆ ਤੇ ਮੈਨੂੰ ਯਕੀਨ ਹੈ ਕਿ ਅਸੀਂ ਸਮਝ ਜਾਵਾਂਗੇ ਕੌਮ ਦੇ ਅੱਜ ਦੇ ਹਾਲਾਤ ਇਸ ਤਰ੍ਹਾਂ ਦੇ ਕਿਉਂ ਨੇ। ਹਜ਼ੂਰ ਕਿਰਪਾ ਕਰਦਿਆਂ ਕਹਿਣ ਲੱਗੇ, ਮੈਨੂੰ ਸਭ ਤੋਂ ਵੱਧ ਪਿਆਰਾ ਕੋਈ ਹੈ, ਉਹ ਮੇਰੇ ਗੁਰੂ ਦੇ ਬੋਲ ਨੇ, ਉਹ ਮੇਰੇ ਗੁਰੂ ਦੀ ਬਾਣੀ ਹੈ। ਤੇ ਜਗਿਆਸੂ ਨੇ ਪੁੱਛਿਆ, ਮਹਾਰਾਜ ਕਾਰਨ ਕੀ ਹੈ? ਹਜ਼ੂਰ ਕਹਿਣ ਲੱਗੇ, ਇਹਦੇ ਵਿੱਚੋਂ ਆਤਮਿਕ ਜੀਵਨ ਮਿਲਦਾ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ। ਤੇ ਅੱਗੇ ਤੀਜਾ ਸਵਾਲ ਹੈ, ਸੱਚੇ ਪਾਤਸ਼ਾਹ ਤੁਸੀਂ ਗੁਰਬਾਣੀ ਨੂੰ ਕਿੰਨਾ ਕੁ ਚਿਰ ਚੇਤੇ ਰੱਖਦੇ ਹੋ? ਮਹਾਰਾਜ ਕਹਿਣ ਲੱਗੇ, ਤੁਹਾਡਾ ਸਵਾਲ ਗਲਤ ਹੈ। ਸੱਚੇ ਪਾਤਸ਼ਾਹ ਕਿਉਂ ਗਲਤ ਹੈ? ਮਹਾਰਾਜ ਕਹਿਣ ਲੱਗੇ, ਚੇਤੇ ਤੇ ਤਾਂ ਰੱਖਾਂ ਨਾ ਜੇ ਮੈਨੂੰ ਕਦੇ ਗੁਰੂ ਦੇ ਬਚਨ ਜ਼ਿੰਦਗੀ ਵਿੱਚ ਭੁੱਲੇ ਹੋਣ। ਮੈਂ ਤੇ ਜ਼ਿੰਦਗੀ 'ਚ ਕਦੇ ਗੁਰਬਾਣੀ ਨੂੰ ਵਿਸਾਰਿਆ ਹੀ ਨਹੀਂ, ਭੁੱਲਿਆ ਹੀ ਨਹੀਂ। ਤੇ ਮੇਰਾ ਸਵਾਲ, ਆਪ ਜਿੰਨੇ ਮੀਡੀਆ ਦੇ ਮਾਧਿਅਮ ਰਾਹੀਂ ਸੁਣ ਰਹੇ ਹੋ, ਗੁਰੂ ਦਰਬਾਰ ਵਿੱਚ ਸੱਜ ਬੈਠੇ ਹੋ, ਮੈਨੂੰ ਦੱਸੋ ਕਿ ਸਾਨੂੰ ਗੁਰਬਾਣੀ ਕਿਹੜੇ ਵੇਲੇ ਕਦੋਂ ਚੇਤੇ ਆਉਂਦੀ ਹੈ? ਜਿਸ ਦਿਨ ਇਹ ਫਰਕ ਸਾਡੇ ਜਿਹਨ ਵਿੱਚ ਆ ਜਾਏਗਾ, ਗੁਰੂ ਸਾਹਿਬ ਨੇ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਤੇ ਬਿਲਕੁਲ ਸਕੇ ਪੁੱਤਰ ਨੇ ਇੱਕ ਗਲਤੀ ਕੀਤੀ ਹੈ। ਮਿੱਟੀ ਮੁਸਲਮਾਨ ਕੀ ਪੇੜਾ ਭਈ ਕੁਮਿਹਾਰ, ਮੁਸਲ ਦੀ ਥਾਂ ਦੇ ਉੱਤੇ ਲਫ਼ਜ਼ ਬੇਈ ਕਰ ਦਿੱਤਾ ਹੈ। ਧੰਨ ਸਤਿਗੁਰੂ ਕਹਿਣ ਲੱਗੇ, ਭਾਈ ਅੱਜ ਤੋਂ ਬਾਅਦ ਸਾਡੇ ਮੱਥੇ ਨਹੀਂ ਲੱਗਣਾ। ਗੁਰਬਾਣੀ ਦੇ ਨਾਲ ਵਧੀਕੀ, ਗੁਰਬਾਣੀ ਦੇ ਨਾਲ ਛੇੜਛਾੜ ਤੇ ਵਕਤੀ ਤੌਰ ਦੇ ਉੱਤੇ ਕਿਸੇ ਤਾਕਤ ਤੋਂ ਪ੍ਰਭਾਵਿਤ ਹੋ ਕੇ ਆਪਣੇ ਅਲਫਾਜ਼ਾਂ ਨੂੰ ਬਦਲ ਲੈਣਾ, ਇਹ ਕੋਈ ਦਿਆਨਤਦਾਰੀ ਨਹੀਂ ਹੈ। ਜਦੋਂ ਸਾਡੇ ਰਹਿਤਨਾਮਿਆਂ ਦੇ ਵਿੱਚ ਇਹ ਬੋਲ ਆਏ ਨਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੀਂ ਹਮਾਰਾ। ਜਿਹਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ, ਗੁਰਬਾਣੀ ਦਾ ਸਤਿਕਾਰ ਨਹੀਂ ਹੈਗਾ। ਮੈਂ ਗੁਰਬਾਣੀ ਦੀ ਵਡਿਆਈ ਵਿੱਚ ਇੱਕ ਗੱਲ ਕਹਿਣੀ ਚਾਹੁੰਦਾ ਤੇ ਮੇਰੇ ਖਿਆਲ ਤੁਹਾਡੇ ਸਾਰਿਆਂ ਦਾ ਸਿਰ ਫਕਰ ਨਾਲ ਉੱਚਾ ਹੋਵੇਗਾ। ਠੀਕ ਹੈ, ਸਾਡੇ ਕੋਲ ਕੌਮੀ ਘਰ ਨਹੀਂ ਹੈਗਾ, ਠੀਕ ਹੈ, ਸਾਨੂੰ ਕੰਪਰੋਮਾਈਜ਼ ਕਰਕੇ ਕਿਸੇ ਧਿਰ ਦੇ ਨਾਲ ਰਹਿਣਾ ਪੈ ਰਿਹਾ, ਠੀਕ ਹੈ। ਤੇ ਉਹ ਬੰਦੇ 24 ਘੰਟਿਆਂ ਦੇ ਵਿੱਚੋਂ ਇੱਕ ਵੀ ਮੌਕਾ ਨਹੀਂ ਚੁੱਕਦੇ ਸਾਨੂੰ ਜਲੀਲ ਕਰਨ ਦਾ। ਉਹਨਾਂ ਮੌਕਿਆਂ ਦੇ ਵਿੱਚੋਂ ਹੀ ਜਿੰਨੇ ਦੁਨੀਆ ਦੇ ਪਾਗਲ ਨੇ ਉਹਨਾਂ ਨੂੰ ਗੁਰਦੁਆਰਾ ਹੀ ਦਿਸਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹੱਥ ਪਾਉਣ ਦਾ। ਮੇਰਾ ਵਿਸ਼ਾ ਇਹ ਨਹੀਂ, ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਤੁਸੀਂ ਇਮਾਨਦਾਰੀ ਨਾਲ ਮੈਨੂੰ ਦੱਸੋ, ਅੱਜ ਤੱਕ ਵੀ ਕਿਸੇ ਸਿੱਖ ਦੀ ਸੁਰਤ ਵਿੱਚ ਆਇਆ ਕਿ ਜਿਹੜੇ ਲੋਕ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾ ਰਹੇ ਨੇ, ਅਸੀਂ ਕੁਰਾਨ ਨੂੰ, ਗੀਤਾ ਨੂੰ, ਬਾਈਬਲ ਨੂੰ ਉਸ ਰੂਪ ਦੇ ਵਿੱਚ ਵਧੀਕੀ ਕਰਾਂਗੇ? ਇਹ ਵਡਿਆਈ, ਇਹ ਬਖਸ਼ਿਸ਼ ਗੁਰਬਾਣੀ ਦੀ ਹੈ, ਇਹ ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਹੈ। ਜਿਹੜੇ ਲੋਕ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ, ਉਹਨਾਂ ਤੋਂ ਆਸ ਨਾ ਰੱਖੋ ਕਿ ਉਹ ਕਿਸੇ ਦੂਜੇ ਦਾ ਵੀ ਸਤਿਕਾਰ ਕਰਨਗੇ। ਪਰ ਸਾਡੇ ਗੁਰੂ ਨੇ ਜਿਹੜਾ ਅਮਲ ਸਿੱਖ ਦੀ ਜ਼ਿੰਦਗੀ ਵਿੱਚ ਭਰਿਆ, ਤੇ ਮੇਰੇ ਖਿਆਲ ਵਿੱਚ ਜਿਹੜੇ ਧਾਰਮਿਕ ਗ੍ਰੰਥ ਨੇ, ਇਹ ਸੰਸਾਰ ਦੇ ਵਿੱਚ
बड़े वड्डे अमल ने, बड़े वड्डे वर्तारे ने, ते सिख जबानी कलामी नहीं, दिलों सिजदा करदा है, नमस्कार करदा है। ते ये गल कहंदा है, धुर की बाणी आई तिन सगली चिंत मिटाई। लैंगुएज का, भाषा का, शब्द गुरु का जड़ा संकल्प है, गुरु प्यारी साध संगत, ये गुरु ग्रंथ साहब दे विच बहुत विलक्षण है। गल इत्थे ही मुक जांदी जदों आपां कहने आ बाणी गुरु, गुरु है बाणी, विच बाणी अमृत सारे, गुरबाणी कहे सेवक जन मानै, पर तख गुरु निस्तारे। ਆਪਾਂ ਸਮਝਦੇ ਨਾ ਬਾਬਾ ਬੁੱਢਾ ਜੀ ਬੜੇ ਸਤਿਕਾਰਯੋਗ ਨੇ, ਉਹਨਾਂ ਨੂੰ 6 ਗੁਰੂ ਸਾਹਿਬਾਨ ਦੇ ਦਰਸ਼ਨ ਹੋਏ। ਮੈਂ ਕਹਿੰਦਾ ਉਹ ਕਿੱਡਾ ਖੁਸ਼ਕਿਸਮਤ ਹੈ ਜਿਸ ਨੂੰ 10 ਗੁਰੂ ਸਾਹਿਬਾਨ, 15 ਭਗਤ, 11 ਭੱਟ, ਕਿੰਨੇ ਸਿੱਖ, ਤੇ 11ਵੀਂ ਸਦੀ ਤੋਂ ਲੈ ਕੇ 17ਵੀਂ 18ਵੀਂ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਅਪਰੋਕਸੀਮੇਟਲੀ 700 ਸਾਲਾਂ ਦੇ ਉਹ ਪਵਿੱਤਰ ਰੂਹਾਂ ਜਿਹੜੀਆਂ ਰੱਬ ਨਾਲ ਇੱਕਮਿਕ ਹੋ ਗਈਆਂ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਵਿਦਮਾਨ ਨੇ, ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਨ ਦਾ, ਵਿਚਾਰ ਚਰਚਾ ਕਰਨ ਦਾ ਸਬਬ ਬਣਿਆ, ਮੌਕਾ ਬਣਿਆ। ਹਜ਼ੂਰ ਦਾ ਸ਼ਬਦ ਮੁਕੰਮਲ ਕਰ ਲਈਏ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ टारी रे, दर्शन परसन सरसन हरसन, रंग रंगी कर तारी रे, खेन राम गुर गाम हर दम नह जाम, हर कंठ नानक उरहारी रे। धन सतगुरु श्री गुरु ग्रंथ साहब पातशाह जी महाराज किरपा बख्शिश करन। बड़े एकाग्र चित होके आप जियां ने गुरबाणी विचार नूं सरवण कीता, दिल दीआं गहराइयां दे विचों धन्नवाद। धन सतगुरु श्री गुरु रामदास पातशाह जी महाराज दे चरनां तो, मेरे दाते दे दर तो वरसाया रागी जथा भाई गुरमेल सिंह जी, भाई कुलदीप सिंह, भाई जग